ਤੇ ਤੁਹਾਡੇ ਨਾਲ ਮੈਂ ਜੋ ਪੰਜਾਬੀ ਸਾਹਿਤ ਤੇ ਸੱਭਿਆਚਾਰ ਬਾਰੇ ਇਹਨਾਂ ਨੇ ਤਾਂ ਕਿਹਾ ਨੇ ਵੀ 40 ਸਾਲ ਤੋਂ ਮੈਂ 52 ਸਾਲ ਹੋ ਗਏ ਮੈਨੂੰ ਪੜ੍ਹਾਉਂਦੇ। ਉਹ ਕਾਰਨ ਇਹ ਹੈ ਕਿ ਉਹਦੇ ਵਿੱਚ ਮੈਂ ਇਹਨਾਂ ਨੇ ਸਕੂਲ ਦਾ ਜਿਹੜਾ ਮੇਰਾ ਐਕਸਪੀਰੀਅੰਸ ਆ ਉਹ ਸ਼ਾਮਲ ਨਹੀਂ ਕੀਤਾ। ਮੈਨੂੰ ਉਸ 'ਤੇ ਬਹੁਤ ਮਾਣ ਹੈ। 58 ਤੋਂ ਮੈਂ ਪੰਜਾਬੀ ਅਧਿਆਪਨ ਦੇ ਨਾਲ ਜੁੜਿਆ ਔਰ ਇਸ ਲੰਮੇ ਸਮੇਂ ਦੌਰਾਨ ਮੈਂ ਇੱਕ ਗੱਲ ਮਹਿਸੂਸ ਕੀਤੀ ਹੈ ਕਿ ਇਹ ਜਿਹੜਾ ਸਾਡਾ ਪੰਜਾਬੀ ਸਾਹਿਤ ਤੇ ਸੱਭਿਆਚਾਰ ਦਾ ਜਿਹੜਾ ਵਿਸ਼ਾ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਗਿਆਨਵਰਧਕ ਹੈ। ਇਹ ਸਾਨੂੰ ਜਿਉਣ ਦਾ ਸਲੀਕਾ ਵੀ ਸਿਖਾਉਂਦਾ ਜਿਹੜਾ ਕਿ ਆਮ ਸਬਜੈਕਟ ਕਈ ਵਾਰ ਨਹੀਂ ਸਿਖਾਉਂਦੇ। ਆਰਥਿਕ ਤੌਰ ਤੇ ਕਮਰਸ਼ੀਅਲ ਤੌਰ ਤੇ ਬਹੁਤ ਸਾਰੇ ਸਬਜੈਕਟ ਐਸੇ ਨੇ ਜਿਨ੍ਹਾਂ ਦੀ ਕਰੇਜ਼ ਹੈ ਅੱਜ, ਲੇਕਿਨ ਜਿਹੜਾ ਸਾਹਿਤ ਹੈ ਇਹ ਇੱਕ ਵੱਖਰੀ ਤਰ੍ਹਾਂ ਦਾ ਸਬਜੈਕਟ ਹੈ। ਇੰਨੀ ਗੱਲ ਤਾਂ ਮੈਂ ਆਪਣੇ ਐਕਸਪੀਰੀਅੰਸ ਤੋਂ ਤੁਹਾਨੂੰ ਕਹਿ ਸਕਦਾ। ਉਹ ਇਹ ਹੈ ਕਿ ਇਸ ਵਿਸ਼ੇ ਦੇ ਨਾਲ ਜਿਹੜਾ ਸਾਡਾ ਰਿਲੇਸ਼ਨਸ਼ਿਪ ਹੈ ਨਾ ਉਹ ਤੁਹਾਨੂੰ ਪੂਰੀ ਤਰ੍ਹਾਂ ਨਿਸ਼ਚਿਤ ਕਰਦੇ ਰਹਿਣਾ ਚਾਹੀਦਾ। ਜੇ ਅਸੀਂ ਗਿਆਨ ਦੀ ਪੱਧਰ ਤੇ ਆਪਣੇ ਇਸ ਵਿਸ਼ੇ ਨਾਲ ਨਹੀਂ ਜੁੜਾਂਗੇ, ਸਿਰਫ ਮਸ਼ੀਨੀ ਤੌਰ ਤੇ ਅਧਿਆਪਨ ਦੀਆਂ ਜਿਹੜੀਆਂ ਸਧਾਰਨ ਜਿਹੀਆਂ ਸਮੱਸਿਆਵਾਂ ਹੁੰਦੀਆਂ ਨੇ ਉਹਨਾਂ ਨਾਲ ਹੀ ਜੁੜੇ ਰਹਾਂਗੇ, ਤਾਂ ਨਾ ਤਾਂ ਅਸੀਂ ਵਿਦਿਆਰਥੀਆਂ ਨੂੰ ਕੋਈ ਚਿਣਗ ਦੇ ਸਕਦੇ ਹਾਂ ਗਿਆਨ ਦੀ, ਤੇ ਨਾ ਸਾਨੂੰ ਕੋਈ ਆਪ ਬਹੁਤਾ ਫਾਇਦਾ ਹੋ ਸਕਦਾ। ਕਿਉਂਕਿ ਇਹ ਸਭ ਤੋਂ ਸੌਖਾ ਵਿਸ਼ਾ ਵੀ ਹੈਗਾ। ਪੰਜਾਬੀ ਹੈ, ਸਾਹਿਤ ਹੈ, ਸੱਭਿਆਚਾਰ ਹੈ, ਸਾਰੇ ਜਾਣਦੇ ਹਾਂ ਅਸੀਂ, ਕੋਈ ਲੰਬੀ ਚੌੜੀ ਗੱਲ ਨਹੀਂ ਹੈਗੀ। ਪਰ ਜੇ ਦੇਖਿਆ ਜਾਵੇ ਤਾਂ ਇਹਦੇ 'ਚ ਬਹੁਤ ਸਾਰੀਆਂ ਵੱਡੀਆਂ ਗੱਲਾਂ ਨੇ। ਉਹਨਾਂ ਵੱਡੀਆਂ ਗੱਲਾਂ ਨੂੰ ਜਿਹੜਾ ਮੈਂ ਥੋੜ੍ਹੇ ਜਿਹੇ ਪਿਛਲੇ ਸਾਲਾਂ ਵਿੱਚ ਮੈਂ ਪੜ੍ਹਿਆ ਲਿਖਿਆ, ਮੈਂ ਉਹ ਤੁਹਾਨੂੰ ਉਹ ਗੱਲਾਂ ਨਹੀਂ ਦੱਸਾਂਗਾ ਕਿ ਜਿਹੜੀਆਂ ਤੁਸੀਂ ਆਲਰੇਡੀ ਜਾਣਦੇ ਹੋ। ਕਲਾਸ ਟੀਚਿੰਗ ਦੇ ਨਾਲ ਜੁੜੇ ਹੋਣ ਕਰਕੇ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਮੱਧਕਾਲੀ ਸਾਹਿਤ ਕੀ ਹੈ, ਇਹਦੀਆਂ ਮੁੱਖ ਪ੍ਰਵਿਰਤੀਆਂ ਕੀ ਨੇ, ਇਹਦੀ ਟੈਕਸਟ ਕੀ ਹੈ ਤੇ ਇਹਨੂੰ ਅਸੀਂ ਪੜ੍ਹਾਉਣਾ ਕਿਵੇਂ ਹੈ, ਇਹ ਤੁਸੀਂ ਜਾਣਦੇ ਹੋ। ਰਿਫਰੈਸ਼ਰ ਕੋਰਸ ਦਾ ਮਤਲਬ ਇਹ ਹੁੰਦਾ ਹੈ ਕਿ ਨਵੇਂ ਸਿਰਿਓਂ ਆਪਣੇ ਵਿਸ਼ੇ ਨਾਲ ਅਸੀਂ ਜੁੜੀਏ, ਕਿਉਂਕਿ ਗਿਆਨ ਦੀ ਕੋਈ ਲਿਮਿਟ ਨਹੀਂ ਹੈਗੀ। ਜਿਉਂ-ਜਿਉਂ ਅਸੀਂ ਦੁਨੀਆ ਦੇ ਗਿਆਨ ਦੇ ਨਾਲ ਆਪਣੇ ਆਪ ਨੂੰ ਜੋੜਦੇ ਹਾਂ, ਸਾਨੂੰ ਪਤਾ ਲੱਗਦਾ ਹੈ ਕਿ ਹਰ ਚੀਜ਼ ਨੂੰ ਦੁਬਾਰਾ ਪੜ੍ਹਨ ਦੀ ਲੋੜ ਹੁੰਦੀ ਹੈ। ਰੀਡੀੰਗ ਤੇ ਰੀਇੰਟਰਪ੍ਰੀਟੇਸ਼ਨ। ਹਰ ਪੀੜ੍ਹੀ ਆਪਣੇ ਵਿਰਸੇ ਦੇ ਗਿਆਨ ਨੂੰ ਨਵੇਂ ਸਿਰੋਂ ਪੜ੍ਹਦੀ ਹੈ। ਜੇ ਨਹੀਂ ਪੜ੍ਹਦੀ, ਉਹ ਜਿਹੜਾ ਉਹਦਾ ਗਿਆਨ ਖੇਤਰ ਹੈ ਉਹ ਬਾਸੀ ਹੋ ਜਾਂਦਾ, ਪੁਰਾਣਾ ਹੋ ਜਾਂਦਾ, ਉਹ ਜੀਵੰਤ ਨਹੀਂ ਰਹਿੰਦਾ। ਪਹਿਲੀ ਗੱਲ ਤਾਂ ਮੈਂ ਜਿਹੜਾ ਪਿਛਲੇ ਕੁਛ ਵਰ੍ਹਿਆਂ ਦੇ ਵਿੱਚ ਮੈਂ ਇੱਕ ਪ੍ਰੋਜੈਕਟ ਮੈਂ ਕੀਤਾ ਸੀ, ਭਾਰਤੀ ਕਾਵਿ ਸ਼ਾਸਤਰ ਤੇ ਪੱਛਮੀ ਆਲੋਚਨਾ, HRD ਦਾ ਪ੍ਰੋਜੈਕਟ ਸੀ। ਉਹਦੇ ਦੌਰਾਨ ਮੈਨੂੰ ਕਈ ਗੱਲਾਂ ਜਿਹੜੀਆਂ ਨੇ ਨਵੀਆਂ ਪਤਾ ਲੱਗੀਆਂ। ਮੈਂ ਉੱਥੋਂ ਗੱਲ ਸ਼ੁਰੂ ਕਰਨਾ ਚਾਹਾਂਗਾ। ਉਹ ਇਹ ਹੈ ਕਿ ਜਿਹੜਾ ਭਾਰਤੀ ਕਾਵਿ ਸ਼ਾਸਤਰ ਹੈ ਨਾ, ਇਹ ਭਾਰਤੀ ਗਿਆਨ ਪਰੰਪਰਾ ਦਾ ਇੱਕ ਅੰਗ ਹੈ। ਸਾਡੇ ਜਿਹੜੇ ਚਿੰਤਕ ਨੇ ਉਹਨਾਂ ਨੇ ਗਿਆਨ ਨੂੰ ਟੋਟੈਲਿਟੀ ਵਿੱਚ ਲਿਆ। ਉਸ ਟੋਟੈਲਿਟੀ ਦੇ ਵਿੱਚ ਜਦੋਂ ਉਹ ਗੱਲ ਕਰਦੇ ਨੇ ਨਾ, ਤਾਂ ਉਹਨਾਂ ਦਾ ਤੁਸੀਂ ਦੇਖੋ ਕਿ ਗੱਲ ਨੂੰ ਵਰਗੀਕਰਨ ਕਰਕੇ ਹੀ ਸਾਨੂੰ ਪਤਾ ਲੱਗਦਾ ਹੈ ਕਿ ਜਿਹੜਾ ਭਾਸ਼ਾ ਦੇ ਰਾਹੀਂ ਅਸੀਂ ਪ੍ਰਵਚਨ ਸਿਰਜਦੇ ਹਾਂ ਉਹਨੂੰ ਬਾਣੀ ਕਿਹਾ ਗਿਆ। ਤੇ ਬਾਣੀ ਦੀ ਜਿਹੜੀ ਟੈਕਸਟ ਬੰਦਾ ਉਸਾਰਦਾ ਰਿਹਾ ਹੁਣ ਤੱਕ, ਉਹ ਸਾਰੀ ਟੈਕਸਟ ਨੂੰ ਇੱਕ ਪੁਰਾਣਾ ਜਿਹੜਾ ਨਾਮ ਹੈ ਉਹ ਬੜਾ ਇੰਟਰਸਟਿੰਗ ਹੈ। ਸੰਸਕ੍ਰਿਤ ਦੇ ਵਿੱਚ ਹੈਗਾ ਵਾਂਗਮੈ। ਵਾਂਗਮੈ ਮੀਨਸ ਵਾਕ ਜਮਾ ਮੈਂ। ਪ੍ਰੋਫੈਸਰ ਪ੍ਰੇਮ ਪ੍ਰਕਾਸ਼ ਹੋਰਾਂ ਨੇ ਦੱਸਿਆ ਕਿ ਵਾਣੀ ਮਈ, ਕਿ ਜਿਹੜਾ ਬੰਦਾ ਇਸ ਧਰਤੀ ਦੇ ਉੱਪਰ
ਜਿਨੇ ਸ਼ਬਦਾਂ ਦੇ ਰਾਹੀਂ ਗਿਆਨ ਦੇ ਪ੍ਰਬੰਧ ਉਸਾਰੇ ਨੇ, ਸ਼ਬਦਾਂ ਦੇ ਰਾਹੀਂ ਕੁਛ ਚਿੰਤਨ ਵੀ ਕੀਤਾ ਹੈ ਤੇ ਕੁਛ ਕ੍ਰੀਏਟ ਵੀ ਕੀਤਾ ਹੈ। ਉਹ ਸਾਰੇ ਕੁਛ ਨੂੰ, ਬਾਣੀ ਵਿਹਾਰ ਨੂੰ, ਬਾਣੀਮਈ ਗੱਲ ਨੂੰ ਉਹ ਕਹਿੰਦੇ ਨੇ ਕਿ ਵਾਂਗਮੈ ਹੈ। ਤੇ ਇਹ ਵਾਂਗਮੈ ਦੋ ਤਰ੍ਹਾਂ ਦਾ ਹੈ, ਇੱਕ ਹੈ ਕਾਵਿ ਤੇ ਇੱਕ ਹੈ ਸ਼ਾਸਤਰ। ਦੋ ਤਰ੍ਹਾਂ ਅਸੀਂ ਭਾਸ਼ਾ ਦੀ ਵਰਤੋਂ ਕਰਦੇ ਹਾਂ, ਇੱਕ ਸਿਧਾਂਤ ਘੜਨ ਲਈ ਤੇ ਇੱਕ ਕਾਵਿ ਦਾ ਨਿਰਮਾਣ ਕਰਨ ਲਈ। ਕਲਾਤਮਕ ਢੰਗ ਦੇ ਨਾਲ ਦਿਸਦੇ ਹੋਏ ਸੰਸਾਰ ਨੂੰ ਅਨੁਭਵ ਕਰਕੇ ਸ਼ਬਦਾਂ ਦੇ ਰਾਹੀਂ ਅਲੰਕ੍ਰਿਤ ਸ਼ੈਲੀ ਵਿੱਚ ਜੋ ਕੁਛ ਅਸੀਂ ਪੇਸ਼ ਕਰਦੇ ਹਾਂ ਉਹ ਕਾਵਿ ਹੈ। ਤੇ ਇਹ ਕਾਵਿ ਤੇ ਸ਼ਾਸਤਰ, ਹੁਣ ਇਹ ਤੁਸੀਂ ਗੱਲ ਦੇਖੋ, ਅਸੀਂ ਵੈਸਟਰਨਾਈਜ਼ਡ ਜਿਹੜੀ ਵਰਲਡ ਅੱਜ ਕ੍ਰੀਏਟ ਹੋ ਗਈ ਹੈ, ਉਹਦੇ ਇੰਨੇ ਭਰਮ ਜਾਲ ਨੇ ਸਾਡੇ ਮਨਾਂ ਦੇ ਉੱਪਰ ਛਾਏ ਹੋਏ ਕਿ ਅਸੀਂ ਆਪਣੇ ਵਿਰਸੇ ਦੇ ਗਿਆਨ ਨੂੰ ਉਸ ਤਰੀਕੇ ਨਾਲ ਨਹੀਂ ਲੈਂਦੇ ਜਿੰਨਾ ਲੈਣਾ ਚਾਹੀਦਾ। ਸਾਨੂੰ ਨਵੇਂ ਜਿਹੜੇ ਵੈਸਟਰਨ ਥਿੰਕਰ ਨੇ ਉਹਨਾਂ ਦੀਆਂ ਗੱਲਾਂ ਲੱਗਦੀਆਂ ਵੀ ਇਹ ਤਾਂ ਬੜੀਆਂ ਮਾਰਕੇ ਦੀਆਂ ਗੱਲਾਂ ਕਰ ਰਹੇ ਨੇ। ਤੇ ਸਾਡੇ ਕੋਲ ਸਧਾਰਨ ਜਿਹੇ ਬੰਦੇ ਸੀ, ਉਹਨਾਂ ਨੇ, ਸਾਡੇ ਰਿਸ਼ੀ ਮੁਨੀ ਨੇ, ਉਹ ਬੈਠੇ ਰਹਿੰਦੇ ਸੀ ਤੇ ਆਪਣੇ ਚਿੰਤਨ ਕਰਕੇ ਕੁਛ ਸ਼ਾਸਤਰ ਲਿਖ ਦਿੱਤੇ, ਤੇ ਜਿਹੜੇ ਅੱਜ ਸ਼ਾਇਦ ਕੋਈ ਬਹੁਤਾ ਇੰਪੋਰਟੈਂਟ ਨਹੀਂ ਰਹੇ। ਇਹ ਗੱਲ ਨਹੀਂ, ਅੱਜ ਬਲਕਿ ਛੋਟੀ ਜਿਹੀ ਗੱਲ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜਾ ਸਾਸਿਊਰ ਹੈ, ਜਿਹਨੇ ਭਾਸ਼ਾ ਵਿਗਿਆਨਕ ਕ੍ਰਾਂਤੀ ਲਿਆਂਦੀ ਹੈ, ਕਿ ਨਵੇਂ ਅੰਦਾਜ਼ ਦੇ ਵਿੱਚ ਸਾਨੂੰ ਇਹ ਯਥਾਰਥ ਨੂੰ ਸਮਝਣ ਦੀ ਇੱਕ ਦ੍ਰਿਸ਼ਟੀ ਦਿੱਤੀ ਹੈ, ਉਹ ਸੰਸਕ੍ਰਿਤ ਦਾ ਪ੍ਰੋਫੈਸਰ ਸੀ। ਪਾਣਿਨੀ ਦੀ ਗ੍ਰਾਮਰ ਬਾਰੇ ਉਹਨੇ ਕੰਮ ਕੀਤਾ ਹੈ। ਉਹ ਕੰਮ ਕਰਦਿਆਂ ਉਹਨੂੰ ਮਹਿਸੂਸ ਹੋਇਆ ਕਿ ਭਾਸ਼ਾ ਦਾ ਇੱਕ ਵਿਗਿਆਨਕ ਅਧਿਐਨ ਵੀ ਹੋ ਸਕਦਾ ਹੈ। ਇਤਿਹਾਸਕ ਅਧਿਐਨ ਤੇ ਅਸੀਂ ਕਰਦੇ ਰਹੇ ਹਾਂ, ਤੁਲਨਾਤਮਕ ਅਧਿਐਨ ਵੀ ਕਰਦੇ ਰਹੇ ਹਾਂ, ਪਰ ਜਿਹੜੀ ਭਾਸ਼ਾ ਗਿਆਨ ਸੰਚਾਰ ਦਾ ਮਾਧਿਅਮ ਹੈ, ਗਿਆਨ ਦੇ ਉਤਪਾਦਨ ਦਾ ਮਾਧਿਅਮ ਹੈ, ਇਹ ਗੱਲ ਯਾਦ ਰੱਖਣੀ ਚਾਹੀਦੀ। ਇਹ ਭਾਸ਼ਾ ਬੜੀ ਵੱਡੀ ਪ੍ਰਾਪਤੀ ਹੈ ਬੰਦੇ ਦੀ। ਤੇ ਖੁਸ਼ਕਿਸਮਤੀ ਨੂੰ ਸਾਡੇ ਜਿਹੜੇ ਚਿੰਤਕ ਨੇ, ਪੰਜਾਬ ਦੀ ਧਰਤੀ ਦੇ ਉੱਪਰ ਤੁਹਾਨੂੰ ਪਾਣਿਨੀ ਦਾ ਪਤਾ ਹੈਗਾ। ਪਾਣਿਨੀ ਨੇ ਜਦੋਂ ਅਸ਼ਟਾਧਿਆਈ ਵਿਆਕਰਨ ਲਿਖੇ ਨਾ, ਉਹ ਵਿਆਕਰਨ ਨਹੀਂ ਹੈਗਾ, ਉਹ ਭਾਸ਼ਾ ਵਿਗਿਆਨਕ ਚਿੰਤਨ ਹੈ। ਔਰ ਫਿਰ ਯਾਸਕ ਹੋਇਆ, ਜਿਸ ਨੇ ਸ਼ਬਦਾਂ ਦੀ ਜਿਹੜੀ ਸਾਰੀ ਰੂਪ ਰੇਖਾ ਹੈ ਉਹਨੂੰ ਕੈਟੇਗਰਾਈਜ਼ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸ਼ਬਦਾਂ ਦੇ ਰਾਹੀਂ ਬੰਦਾ ਕੀ ਕੁਝ ਖੇਡਾਂ ਖੇਡਦਾ। ਤੇ ਇਹ ਜਿਹੜੀ ਚੇਤਨਾ ਹੈ, ਇਹ ਵੈਸਟ ਦੇ ਵਿੱਚ ਤਾਂ ਬਹੁਤ ਮਗਰੋਂ ਆਉਂਦੀ ਹੈ। ਕਿਤੇ ਸਾਡੀ ਸ਼ੁਰੂਆਤ ਹੀ ਗਿਆਨ ਪ੍ਰਬੰਧ ਦੇ ਅੰਦਰਲੇ ਰਹੱਸ ਨੂੰ ਲੱਭਣ ਦੀ ਕੋਸ਼ਿਸ਼ ਦੇ ਨਾਲ ਜੁੜੀ ਰਹੀ ਹੈ। ਸਾਡੇ ਜਿਹੜੇ ਗ੍ਰਾਮੇਰੀਅਨ ਨੇ, ਉਹਨਾਂ ਨੇ ਜਦੋਂ ਭਾਸ਼ਾ ਦਾ ਵਿਸ਼ਲੇਸ਼ਣ ਕੀਤਾ ਨਾ, ਉਹਨਾਂ ਨੂੰ ਪਤਾ ਵੀ ਪਾਣਿਨੀ ਨੇ ਦੋ ਸ਼ਬਦ ਵਰਤੇ ਨੇ, ਇੱਕ ਹੈ ਵੈਦਿਕੀ, ਵੇਦਾਂ ਦੀ ਭਾਸ਼ਾ, ਇੱਕ ਹੈ ਭਾਸ਼ਾ। ਭਾਸ਼ਾ ਤੇ ਵੈਦਿਕੀ, ਇਹ ਦੋ ਤਰ੍ਹਾਂ ਦਾ ਲਿੰਗੁਇਸਟਿਕ ਬਿਹੇਵੀਅਰ ਹੈ ਪ੍ਰਾਚੀਨ ਭਾਰਤ ਦੇ ਵਿੱਚ। ਜਦੋਂ ਆਰੀਅਨ ਸਭਿਅਤਾ ਦਾ ਇੱਥੇ ਵਿਕਾਸ ਹੁੰਦਾ ਹੈ, ਪ੍ਰਸਾਰ ਹੁੰਦਾ ਹੈ, ਫੈਲਾਓ ਹੁੰਦਾ ਹੈ, ਉਸ ਦੌਰ ਦੇ ਵਿੱਚ ਪਾਣਿਨੀ ਕੀ ਕਰ ਰਿਹਾ ਹੈ? ਇੱਕ ਤਾਂ ਗਿਆਨ ਦੀ ਭਾਸ਼ਾ, ਜਿਹੜੀ ਵੇਦਾਂ ਦੀ ਭਾਸ਼ਾ ਹੈ, ਵੇਦ ਜਿਹੜਾ ਨਾ ਉਹਦਾ ਮਤਲਬ ਵੀ ਗਿਆਨ ਹੈ, ਤੇ ਉਸ ਗਿਆਨ ਦੀ ਭਾਸ਼ਾ ਦਾ ਵਿਸ਼ਲੇਸ਼ਣ ਪੇਸ਼ ਕਰ, ਵਰਗੀਕਰਨ ਕਰ। ਇਹ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਜਦੋਂ ਅਸੀਂ ਮੱਧਕਾਲ ਦੀ ਗੱਲ ਕਰਦੇ ਹਾਂ ਨਾ, ਤਿੰਨ ਕਾਲ ਨੇ ਸਾਡੇ ਸਾਰੇ ਭਾਰਤ ਦੇ, ਪੰਜਾਬ ਨਾਲ ਰਿਲੇਟਡ। ਉਹ ਤਿੰਨ ਕਾਲ, ਇੱਕ ਸਾਡਾ ਕਲਾਸੀਕਲ ਯੁੱਗ ਹੈ, ਇੱਕ ਮੱਧਕਾਲ ਹੈ ਤੇ ਇੱਕ ਆਧੁਨਿਕ ਕਾਲ। ਤਿੰਨਾਂ ਕਾਲਾਂ ਦੀ ਸ਼ੁਰੂਆਤ ਬੜੀ ਇੰਟਰਸਟਿੰਗ। ਅਸੀਂ ਕੀ ਕਰਦੇ ਹਾਂ ਕਿ ਅਸੀਂ ਮੱਧਕਾਲ ਤੱਕ ਆਪਣੇ ਆਪ ਨੂੰ ਸੀਮਿਤ ਕਰ ਲਿਆ ਕਿ ਜਿੰਨੀਆਂ ਭਾਰਤੀ ਭਾਸ਼ਾਵਾਂ ਨੇ ਉਹ ਤਾਂ 1000 ਸਾਲ ਪਹਿਲਾਂ ਹੋਂਦ ਵਿੱਚ ਆਈਆਂ ਨੇ।
ਇਸ ਕਰਕੇ ਪਿੱਛੇ ਜਾਣ ਦੀ ਤਾਂ ਲੋੜ ਹੀ ਕੋਈ ਨਹੀਂ। ਅਸੀਂ ਮਤਲਬ ਬਾਬਾ ਫਰੀਦ, ਉਸ ਤੋਂ ਪਿੱਛੇ ਚਲੇ ਜਾਓ, ਨਾਥ ਯੋਗੀਆਂ ਦੀ ਰਚਨਾ ਤੋਂ ਪਿੱਛੇ ਜਿਹੜਾ ਸਾਡਾ, ਅਸੀਂ ਕਹਿੰਦੇ ਕਿ ਉਹ ਤਾਂ ਅਪਭਰੰਸ਼ ਸੀ, ਪ੍ਰਾਕ੍ਰਿਤ ਸੀ, ਵੈਦਿਕ ਭਾਸ਼ਾ ਸੀ, ਪੰਜਾਬੀ ਨਹੀਂ ਸੀ। ਲੇਕਿਨ ਪੁਰਾਣੀ ਪੰਜਾਬੀ ਤਾਂ ਸੀ। ਸਾਡਾ ਇਹ ਦੇਸ਼ ਜਿੱਥੇ ਅਸੀਂ ਰਹਿੰਦੇ ਹਾਂ, ਜਿਸ ਦਰਿਆਵਾਂ ਦੀ ਸਾਰੀ ਧਰਤੀ ਦੇ ਉੱਪਰ ਜਿਹੜੇ ਸਾਡੇ ਮਨੁੱਖੀ ਭਾਈਚਾਰੇ ਇੱਥੇ ਜਿਉਂਦੇ ਰਹੇ ਨੇ, ਉਹਨਾਂ ਦੀ ਪੁਰਾਣੀ ਭਾਸ਼ਾ ਵੀ ਤਾਂ ਹੈਗੀ ਸੀ। ਉਸ ਪੁਰਾਣੀ ਭਾਸ਼ਾ ਨੂੰ ਵੈਦਿਕ ਹੀ ਅਸੀਂ ਕਹਿੰਦੇ ਹਾਂ, ਉਹਦਾ ਪੰਜਾਬੀ ਦੇ ਨਾਲ ਸਿੱਧਾ ਰਿਲੇਸ਼ਨਸ਼ਿਪ ਹੈ। ਇਹ ਤੁਸੀਂ ਭਾਸ਼ਾ ਵਿਗਿਆਨਕ ਐਨਾਲਿਸਿਸ ਤੋਂ ਸਿੱਧ ਕਰ ਸਕਦੇ ਹੋ ਕਿ ਜਿੰਨੀ ਪੰਜਾਬੀ ਵੈਦਿਕ ਭਾਸ਼ਾ ਦੇ ਨੇੜੇ ਹੈ। ਸੰਸਕ੍ਰਿਤ ਦਾ ਇੱਕ ਇਲੀਟ ਦੀ ਜ਼ੁਬਾਨ ਰਹੀ ਹੈ। ਸੰਸਕ੍ਰਿਤ ਦਾ ਨਹੀਂ ਸਾਡਾ ਇਹਦੇ ਨਾਲ ਸੰਬੰਧ ਹੈਗਾ, ਸੰਸਕ੍ਰਿਤ ਦਾ ਵੀ ਸੰਬੰਧ ਹੈ। ਉਹ ਗਿਆਨ ਦੀ ਭਾਸ਼ਾ ਹੈ, ਬਹੁਤ ਪਿਆਰੀ ਭਾਸ਼ਾ ਹੈ। ਔਰ ਦੁਨੀਆ ਮੰਨਦੀ ਹੈ ਕਿ ਜਿਹੜੀ ਸੰਸਕ੍ਰਿਤ ਦੀ ਜਿਹੜੀ ਗ੍ਰੈਂਜਰ ਹੈ ਉਹ ਬਹੁਤ ਘੱਟ ਜ਼ਬਾਨਾਂ ਵਿੱਚ ਹੈ, ਕਲਾਸੀਕਲ ਲੈਂਗੁਏਜ। ਲੇਕਿਨ ਮਸਲਾ ਇਹ ਹੈ ਕਿ ਅਸੀਂ ਉਸ ਕਲਾਸੀਕਲ ਦੌਰ ਦੇ ਨਾਲ ਕੀ ਰਿਲੇਸ਼ਨ ਬਣਾਈਏ, ਕੀ ਅਸੀਂ ਕੱਟ ਲਈਏ ਆਪਣੇ ਆਪ ਨੂੰ। ਇਹ ਵੰਡਣ ਦੀ ਤੇ ਕੱਟਣ ਦੀ ਪ੍ਰਵਿਰਤੀ ਜਿਹੜੀ ਹੈ ਨਾ, ਉਹ ਇਹ ਨਵੀਂ ਹੈ, ਪਹਿਲਾਂ ਨਹੀਂ ਸੀ ਹੁੰਦੀ। ਇਹ ਸਾਡੇ ਵਿਚਾਰਾਂ ਦੇ ਵਿੱਚ ਇੱਕ ਮੂਲਵਾਦ ਦਾ ਜਿਹੜਾ ਰੁਝਾਨ ਹੈ ਨਾ, ਤਾਲਬਨਾਈਜੇਸ਼ਨ ਦਾ ਰੁਝਾਨ ਹੈ, ਇਹ ਓਪਰਾ ਹੈ। ਸਾਡੇ ਲੋਕਾਂ ਦੀ ਰਹਿਣੀ ਬਹਿਣੀ ਦਾ ਹਿੱਸਾ ਨਹੀਂ ਸੀ, ਲੇਕਿਨ ਇਹਨੇ ਨੁਕਸਾਨ ਬਹੁਤ ਪਹੁੰਚਾਇਆ। ਅਸੀਂ ਸੋਚਦੇ ਹਾਂ ਕਿ ਜੇ ਸਿੱਖ ਭਾਈਚਾਰਾ ਹੈ ਤੇ ਉਹਦਾ ਵੇਦਾਂ ਨਾਲ ਕੀ ਸੰਬੰਧ ਹੈ, ਵੇਦ ਤਾਂ ਪੁਰਾਣੇ ਹੋ ਗਏ ਨੇ, ਤੇ ਗੁਰੂ ਕੋਈ ਵੇਦਾਂ ਦੀ ਥੋੜ੍ਹਾ ਗੱਲ ਕਰ। ਗੁਰੂਆਂ ਦਾ ਇੱਕ ਆਪਣਾ ਗਿਆਨ, ਉਹ ਅਦੁੱਤੀ ਹੈ। ਪਰ ਗੁਰੂ ਇਸ ਤਰ੍ਹਾਂ ਨਹੀਂ ਸੋਚਦੇ। ਗੁਰੂ ਭਗਤ ਉਹ ਤਾਂ ਟੋਟਲ ਗਿਆਨ ਦੀ ਜਿਹੜੀ ਸਾਡੀ ਭਾਰਤੀ ਪਰੰਪਰਾ ਹੈ, ਉਸ ਦੇ ਨਾਲ ਜੁੜ ਕੇ ਆਪਣਾ ਪ੍ਰਵਚਨ ਉਸਾਰਦੇ ਨੇ, ਸੰਵਾਦ ਕਰਦੇ ਨੇ, ਵਾਦ ਵਿਵਾਦ ਵੀ ਚਲਾਉਂਦੇ ਨੇ। ਤੇ ਇਹੋ ਹੀ ਤਾਂ ਗਿਆਨ ਦਾ ਇੱਕ ਰਸਤਾ ਹੈ ਕਿ ਜੇ ਤੁਸੀਂ ਪੁਰਾਣੇ ਨੂੰ ਰੀਇਨਸਟੇਟ ਕਰਨਾ, ਰੀਵਾਈਵ ਕਰਨਾ, ਨਥਿੰਗ ਡੂਇੰਗ, ਕੋਈ ਮਤਲਬ ਨਹੀਂ। ਜੀਵਨ ਬਦਲਦਾ ਜਾਂਦਾ, ਉਹਦੇ ਸਰੋਕਾਰ ਬਦਲਦੇ ਜਾਂਦੇ ਨੇ, ਸਾਡਾ ਚਿੰਤਨ ਬਦਲਦਾ ਜਾਂਦਾ ਹੈ, ਬਹੁਤ ਕੁਝ ਬਦਲਦਾ ਹੈ, ਲੇਕਿਨ ਕੁਝ ਬਚਿਆ ਵੀ ਰਹਿੰਦਾ। ਉਹ ਬਚੀ ਹੋਈ ਜਿਹੜੀ ਗੱਲ ਹੈ, ਉਹਦੇ ਵਿੱਚ ਸਾਡੀਆਂ ਜੜ੍ਹਾਂ ਪਈਆਂ ਹੋਈਆਂ ਨੇ, ਸਾਡੀ ਸੋਚ ਦੀਆਂ ਜੜ੍ਹਾਂ ਪਈਆਂ ਹੋਈਆਂ। ਤੁਸੀਂ ਧਿਆਨ ਨਾਲ ਦੇਖੋਗੇ, ਗੁਰਬਾਣੀ ਜਿਹੜੀ ਹੈ ਨਾ, ਉਹ ਮੱਧਕਾਲ ਦੀ ਇੱਕ ਐਸੀ ਰਚਨਾ ਹੈ ਜਿਹੜੀ ਕਲਾਸੀਕਲ ਤੇ ਮਾਡਰਨ ਦੇ ਵਿਚਕਾਰ ਇੱਕ ਪੁਲ ਦਾ ਕੰਮ ਹੈ। ਜਿਹੜੀ ਮੈਂ ਤੁਹਾਨੂੰ ਗੱਲ ਕਹਿ ਰਿਹਾ ਸੀ ਨਾ ਕਿ ਸਾਨੂੰ ਬਹੁਤ ਸਾਰੀਆਂ ਭ੍ਰਾਂਤੀਆਂ ਨੂੰ ਪਹਿਲਾਂ ਲਾਂਭੇ ਰੱਖਣਾ ਹੋਵੇਗਾ ਤੇ ਸਾਨੂੰ ਉਹ ਹਕੀਕਤ ਨੂੰ ਪਛਾਣਨ ਦੀ ਜ਼ਰੂਰਤ ਹੈ ਕਿ ਜਦੋਂ ਅਸੀਂ ਪੰਜਾਬੀ ਦਾ ਮੱਧਕਾਲੀ ਸਾਹਿਤ ਹੈ ਉਹਦੇ ਨਾਲ ਗਿਆਨ ਦਾ ਰਿਸ਼ਤਾ ਜੋੜਾਂਗੇ ਤਾਂ ਜਿਹੜੀਆਂ ਸਾਡੀਆਂ ਕੜੀਆਂ ਨੇ ਉਹ ਕਿੱਥੋਂ ਤੱਕ ਜਾਂਦੀਆਂ ਨੇ, ਉਹ ਵੈਦਿਕ ਪਰੰਪਰਾ ਦੇ ਵਿੱਚ ਜਾਂਦੀਆਂ ਨੇ, ਅਵੈਦਿਕ ਪਰੰਪਰਾ ਵਿੱਚ ਜਾਂਦੀਆਂ ਨੇ। ਗੁਰੂ ਗੋਬਿੰਦ ਸਿੰਘ ਤੋਂ ਵੱਧ ਕਿਸੇ ਬੰਦੇ ਨੇ ਉਸ ਮੱਧਕਾਲੀ ਦੌਰ ਦੇ ਚਿੰਤਨ ਦੀ ਜਿਹੜੀ ਬੁਨਿਆਦ ਹੈ, ਬਹੁਤ ਖੂਬਸੂਰਤ ਅੰਦਾਜ਼ ਵਿੱਚ ਉਹਨਾਂ ਨੇ ਦੋ ਸ਼ਬਦਾਂ 'ਚ ਗੱਲ ਕਹਿ ਦਿੱਤੀ, ਕਹੂੰ ਵੇਦ ਰੀਤ, ਕਹੂੰ ਤਾਸਿਓ ਵਿਪਰੀਤ, ਕਹੂੰ ਨਿਰਗੁਣ ਸਰੂਪ, ਕਹੂੰ ਸਰਗੁਣ ਸਰੂਪ, ਕਹੂੰ ਤਿਰਗੁਣ ਅਤੀਤ, ਕਹੂੰ ਨਿਰਗੁਣ ਸਰੂਪ। ਹੁਣ ਤੁਸੀਂ ਦੇਖੋ ਕਿ ਇਹ ਦੋ ਜੁੱਟ ਨੇ। ਉਸ ਦੌਰ ਦਾ ਮੱਧਕਾਲ ਦਾ ਬੰਦਾ ਜ਼ਿੰਦਗੀ ਨੂੰ ਕਿਵੇਂ ਇੰਟਰਪ੍ਰੈਟ ਕਰਦਾ, ਉਹਦੇ ਇੱਕ ਪਰਮ ਚਿਹਨ ਨੇ। ਹਰ ਕਲਚਰ ਦਾ ਇੱਕ ਟ੍ਰਾਂਸੈਂਡੈਂਟਲ ਸਿਗਨੀਫਾਇਰ ਹੁੰਦਾ ਹੈ ਜਿਹਦੇ ਰਾਹੀਂ ਉਹ ਆਪਣੀ ਹੋਂਦ ਨੂੰ ਅਰਥ ਦਿੰਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਕਿ ਦੋ ਵਿਧੀਆਂ ਨੇ, ਇੱਕ ਵੇਦ ਦੀ ਰੀਤ ਹੈ ਤੇ ਇੱਕ ਉਸ ਤੋਂ ਵਿਪਰੀਤ ਹੈ। ਯਾਨੀ ਇੱਕ ਮਾਸਟਰ ਮਾਈਂਡ ਜਿਹਨੇ ਸਾਰੇ ਭਾਰਤੀ ਗਿਆਨ ਸ਼ਾਸਤਰ ਨੂੰ ਆਪਣੀ ਦੇਖ ਰੇਖ ਦੇ ਵਿੱਚ ਦਸਮ ਗ੍ਰੰਥ ਦੇ ਰੂਪ ਦੇ ਵਿੱਚ ਜਦੋਂ ਉਹਨਾਂ ਨੇ ਸੰਕਲਿਤ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਗੱਲ ਤਾਂ ਅਸੀਂ ਬਾਅਦ 'ਚ ਕਰਦੇ ਹਾਂ। ਗੁਰੂ ਗੋਬਿੰਦ ਸਿੰਘ ਉਹਨਾਂ ਨੇ
ਆਪਣੇ ਵੇਲੇ ਦੇ ਸਮੇਂ ਨੂੰ ਕਿਸ ਤਰੀਕੇ ਨਾਲ ਕਨਸੈਪਚੁਅਲਾਈਜ਼ ਕੀਤਾ ਹੈ, ਇਹ ਗੱਲ ਤੁਸੀਂ ਦੇਖਣ ਵਾਲੀ ਹੈ। ਹੁਣ ਤੁਸੀਂ ਦੇਖੋ ਕਿ ਭਾਰਤੀ ਗਿਆਨ ਪਰੰਪਰਾ ਦੇ ਵਿੱਚ ਇਹ ਦੋ ਹੀ ਧਾਰਾਵਾਂ ਨੇ, ਇੱਕ ਵੇਦ ਰੀਤ ਹੈ, ਇੱਕ ਉਸ ਤੋਂ ਵਿਪਰੀਤ ਹੈ। ਇੱਕ ਵੈਦਿਕ ਪਰੰਪਰਾ ਹੈ, ਇੱਕ ਅਵੈਦਿਕ ਪਰੰਪਰਾ ਹੈ। ਇਹ ਦੋਵੇਂ ਹੀ ਐਕਸੈਪਟਡ ਨੇ। ਕਲਾਸੀਕਲ ਜਿਹੜਾ ਸਾਡਾ ਗਿਆਨ ਦਾ ਦੌਰ ਹੈ, ਉਹਦੇ ਵਿੱਚ ਇਹ ਜਦੋਂ ਇੱਥੋਂ ਗੱਲ ਸਾਨੂੰ ਸ਼ੁਰੂ ਕਰਨੀ ਪਵੇਗੀ ਕਿ ਆਖਰ ਇਹ ਹੈ ਕੀ ਨੇ। ਵੇਦ ਰੀਤ, ਵੇਦ ਸਾਡੇ ਦੇਸ਼ ਦੀ 3500 ਸਾਲ ਪੁਰਾਣੀ ਇੱਕ ਐਸੀ ਗਿਆਨ ਦੀ ਪੁਸਤਕ ਹੈ, ਗਿਆਨ ਦੀ ਟੈਕਸਟ ਹੈ, ਜਿਹਦੇ ਵਿੱਚ ਚਿੰਤਨ ਦੇ ਸਾਨੂੰ ਸਰੋਕਾਰ ਮਿਲਦੇ ਨੇ। ਸਾਰਾ ਵੇਦ ਸਮਝ ਨਹੀਂ ਆਉਂਦਾ। ਉਹਦਾ ਕਾਰਨ ਕੁਝ ਹੋਰ ਹੈ। ਉਹਦਾ ਕਾਰਨ ਹੈ ਕਿ ਇਹਦੀ ਭਾਸ਼ਾ ਗੂੜ ਹੈ, ਸਿੰਬੋਲਿਕ ਹੈ, ਲਿਟਰਲ ਮੀਨਿੰਗ ਨਹੀਂ ਇਹਦਾ ਕੀਤਾ ਜਾ ਸਕਦਾ। ਇਹਦੇ ਵਿੱਚ ਤੁਹਾਨੂੰ ਲੱਗੇਗਾ ਕਿ ਤਾਂ ਦੇਵੀ ਦੇਵਤਿਆਂ ਦੇ ਸਤੁਤੀ ਦੇ ਵਿੱਚ ਮੰਤਰ ਹੀ ਨੇ, ਪਰ ਮੰਤਰ ਦੇ ਵਿੱਚ ਬਹੁਤ ਕੁਝ ਛੁਪਿਆ ਹੁੰਦਾ ਹੈ। ਮੰਤਰ ਜਦੋਂ ਕਿਸੇ ਸ਼ਕਤੀ ਦੇ ਨਾਲ ਜਦੋਂ ਉਹਨੂੰ ਜੋੜ ਕੇ ਬੰਦਾ ਸਤੁਤੀ ਕਰਦਾ ਹੈ ਨਾ, ਫਿਰ ਇਹ ਪਾਣਨੀ ਤੇ ਯਾਸਕ ਸਮਝਾਉਂਦੇ ਨੇ ਕਿ ਇਹ ਜਿਹੜਾ ਦੇਵਤਵ ਚੀਜ਼ ਕੀ ਹੈ। ਅਸੀਂ ਤਾਂ ਅੱਜ ਕਹਿੰਦੇ ਨਾ ਕਿ ਜਿਹੜੇ ਦੇਵੀ ਦੇਵਤੇ ਤਾਂ ਪ੍ਰਕਿਰਤੀ ਦੀਆਂ ਸ਼ਕਤੀਆਂ ਨੇ। ਇਹ ਗੱਲ ਸਾਡੇ ਉਹਨਾਂ ਜਿਹੜੇ ਰਿਸ਼ੀ ਚਿੰਤਕਾਂ ਨੇ ਵੇਦ ਨੂੰ ਸਮਝਣ ਦੇ ਲਈ ਜਿਹੜੀ ਗ੍ਰਾਮੇਰੀਅਨ ਐਫਰਟ ਸੀ, ਭਾਸ਼ਾ ਵਿਗਿਆਨਕ ਜਿਹੜਾ ਯਤਨ ਸੀ, ਉਹਦੇ ਵਿੱਚ ਇਸ ਮਸਲੇ ਨੂੰ ਉਹਨਾਂ ਨੇ ਲਿਆ ਕਿ ਜਿਹਨੂੰ ਅਸੀਂ ਦੇਵਤੇ ਕਹਿੰਦੇ ਆ, ਇਹ ਹੈ ਕੀ ਹੈ। ਇਹਦਾ ਮਤਲਬ ਹੈ ਕਿ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਡੀ ਪਰੰਪਰਾ ਦੇ ਵਿੱਚ ਕਿਹੜੇ ਸਰੋਕਾਰ ਰਹੇ ਨੇ, ਗਿਆਨ ਦੇ ਕਿਹੜੇ ਸਰੋਕਾਰ ਰਹੇ ਨੇ, ਅਸੀਂ ਸੋਚਦੇ ਕਿਵੇਂ ਰਹੇ ਹਾਂ। ਇਹ ਤਾਂ ਛੋਟੀ ਜਿਹੀ ਗੱਲ ਹੈਗੀ। ਹੁਣ ਮੈਂ ਗੱਲ ਕਰ ਰਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਨੇ ਜਿਹੜੇ ਦੋ ਜੀਵਨ ਢੰਗ ਜਿਹੜੇ ਦੱਸੇ ਨੇ, ਜਿਹੜੇ ਪ੍ਰਚਲਿਤ ਨੇ, ਉਸ ਤੋਂ ਬਾਹਰ ਕੋਈ ਹੈ ਹੀ ਨਹੀਂ। ਜਿਹੜਾ ਵੈਦਿਕ ਪਰੰਪਰਾ ਦੇ ਨਾਲ ਨਾਲ ਸਮਾਨੰਤਰ ਉਹ 3 ਧਾਰਾਵਾਂ ਨੇ ਦਾਰਸ਼ਨਿਕ ਤੌਰ ਤੇ। ਇੱਕ ਹੈਗੀ ਬੌਧ ਪਰੰਪਰਾ, ਇੱਕ ਹੈਗੀ ਜੈਨ ਪਰੰਪਰਾ, ਤੇ ਇੱਕ ਹੈਗੀ ਚਾਰਵਾਕ ਪਰੰਪਰਾ। ਚਾਰਵਾਕ, ਬੌਧ ਤੇ ਜੈਨ। ਭਾਰਤੀ ਗਿਆਨ ਦੀ ਖੂਬਸੂਰਤੀ ਇਹ ਹੈ ਕਿ ਇਹਦੇ 'ਚ ਸ਼ੁੱਧ ਭੌਤਿਕਵਾਦ ਦੀ ਧਾਰਨਾ ਨੂੰ ਪੇਸ਼ ਕਰਨ ਵਾਲਾ ਜਿਹੜਾ ਚਿੰਤਨ, ਲੋਕਾਇਤ ਜਿਹਨੂੰ ਅਸੀਂ ਕਹਿੰਦੇ ਹਾਂ, ਚਾਰਵਾਕ ਚਿੰਤਨ ਕਹਿੰਦੇ ਹਾਂ, ਉਹ ਸਾਨੂੰ ਮਿਲਦਾ ਹੈ ਕਿ ਉਹਨੇ ਜੀਵਨ ਦੇ ਯਥਾਰਥ ਨੂੰ ਵੇਦਾਂ ਤੋਂ ਪਰਾਂ ਜਾ ਕੇ, ਵੇਦਾਂ ਦੇ ਪ੍ਰਮਾਣ ਨੂੰ ਨਾ ਮੰਨਦਿਆਂ ਹੋਇਆ, ਉਹਨਾਂ ਨੇ ਯਥਾਰਥ ਦੀ ਵਿਆਖਿਆ ਕੀਤੀ ਹੈ। ਤੇ ਉਹਨਾਂ ਨੇ ਬਿਲਕੁਲ ਸਿੰਪਲਿਸਟਿਕ ਢੰਗ ਦੇ ਨਾਲ, ਉਹ ਜਦੋਂ ਉਹ ਸੂਤਰ ਦੇ ਵਿੱਚ ਗੱਲ ਕਰਦੇ ਨੇ ਕਿ ਪ੍ਰਤਿਅਕਸ਼ ਮੇਵ ਪ੍ਰਮਾਣਮ ਮਰਨ ਮੇਵ ਅਪਵਰਗਾ। ਵੇਦ ਦੀ ਗੱਲ ਜਿਹੜੀ ਹੈ ਉਹ ਸਾਰੀ ਕਿ ਵੇਦ ਨੂੰ ਪ੍ਰਮਾਣ ਮੰਨਦੇ ਨੇ ਵੀ ਜੇ ਗਿਆਨ ਦਾ ਆਖਰ ਤੁਹਾਨੂੰ ਐਵੀਡੈਂਸ ਚਾਹੀਦਾ ਹੈ, ਬਾਕੀ ਪ੍ਰਤਿਅਕਸ਼ ਵੀ ਹੈਗਾ, ਅਨੁਮਾਨ ਵੀ ਹੈਗਾ, ਤੇ ਸ਼ਬਦ ਪ੍ਰਮਾਣ ਵੀ ਹੈਗਾ। ਸ਼ਬਦ ਪ੍ਰਮਾਣ ਹੈ ਵੀ ਜਿਹਨਾਂ ਰਿਸ਼ੀਆਂ ਨੇ ਕੋਈ ਚਿੰਤਨ ਕੀਤਾ, ਉਹਨਾਂ ਦੀ ਗੱਲ ਵੀ ਉਨੀ ਪ੍ਰਮਾਣਿਕ ਹੈ, ਉਹਨੂੰ ਵੀ ਪ੍ਰਮਾਣ ਮੰਨਦੇ ਆ। ਕਈਆਂ ਨੇ ਨਹੀਂ ਮੰਨਿਆ। ਜਿਹੜੀ ਵੇਦ ਰੀਤ ਤੋਂ ਪਰਾਂ ਦੀ ਰੀਤ ਆ, ਉਹ ਕਹਿੰਦੇ ਨੇ ਅਸੀਂ ਨਹੀਂ ਮੰਨਦੇ, ਤੇ ਉਹ ਐਕਸੈਪਟਡ ਨੇ। ਜਦੋਂ ਸਾਡੇ ਪੁਰਾਣੇ ਸੰਗ੍ਰਹਿਕਾਰ ਨੇ ਨਾ, ਜਿਹੜੇ ਮਧਵਾਚਾਰੀਆ ਵਰਗੇ, ਉਹ ਜਦੋਂ ਸਰਵ ਦਰਸ਼ਨ ਸੰਗ੍ਰਹਿ ਕਰਦੇ ਨੇ, ਚਾਰਵਾਕੀਆਂ ਨੂੰ ਨਾਲ ਰੱਖਦੇ ਨੇ, ਜਿਹੜੇ ਵੇਦਾਂ ਦਾ ਮਜ਼ਾਕ ਉਡਾਉਂਦੇ ਨੇ, ਪੰਡਤਾਂ ਦਾ ਮਜ਼ਾਕ ਉਡਾਉਂਦੇ ਨੇ। ਉਹਨਾਂ ਕਹਿੰਦੇ ਵੀ ਇਹਨਾਂ ਦੀ ਵੀ ਇੱਕ ਆਪਣੀ ਦਲੀਲ ਹੈ ਕਿ ਉਹਨਾਂ ਦਾ ਚਿੰਤਨ ਜਿਹੜਾ ਹੈ ਉਹ ਯਥਾਰਥ ਨੂੰ ਸਮਝਣ ਦਾ ਇੱਕ ਮੈਟੀਰੀਅਲਿਸਟਿਕ ਵਿਊ ਪੁਆਇੰਟ ਹੈ। ਜਿਹੜੇ ਅਧਿਆਤਮਵਾਦੀ ਚਿੰਤਨ ਦੀ ਜਿਹੜੀ ਮੁੱਖ ਧਾਰਾ ਹੈ, ਉਸ ਤੋਂ ਬਿਲਕੁਲ ਉਲਟ ਸੋਚਣ ਵਾਲੇ ਬੰਦੇ ਨੇ। ਔਰ ਉਹਨਾਂ ਦੀ ਜਿਹੜੀ ਦਲੀਲ ਹੈ, ਉਹ ਲੱਗਦਾ ਇਸ ਤਰ੍ਹਾਂ ਜਿਵੇਂ ਪੰਜਾਬੀ ਬੰਦਾ ਕੋਈ ਗੱਲ ਕਰ ਰਿਹਾ। ਉਹ ਕਹਿੰਦਾ ਕਿ ਯਬ ਜੀਵੇਤ ਸੁਖਮ ਜੀਵੇਤ ਰਿਣਮ ਕ੍ਰਿਤਵਾ ਘ੍ਰਿਤਮ ਪੀਵੇਤ, ਕਿ ਜਿੰਨੀ ਦੇਰ ਤੱਕ ਜਿਉਣਾ ਸੁੱਖ ਨਾਲ ਜੀਓ, ਭਾਵੇਂ ਉਧਾਰ ਲੈ ਕੇ ਘਿਓ ਪੀਓ। ਘਿਓ ਪੀਓ ਅੱਜ ਕੱਲ੍ਹ ਤਾਂ ਬੰਦਾ ਬਿਮਾਰ ਹੋ ਜਾਂਦਾ, ਤੇ ਲੇਕਿਨ ਮਤਲਬ ਹੈ ਕਿ ਤੁਹਾਨੂੰ ਆਪਣੀ ਜ਼ਿੰਦਗੀ ਨੂੰ ਕਿਸੇ ਪਾਰ ਦੇ ਆਦਰਸ਼ ਦੇ ਨਾਲ ਜੋੜਨ ਦੀ ਲੋੜ ਨਹੀਂ। ਇਹੀ ਸੰਸਾਰ ਜਿਹੜਾ ਨਾ, ਇਹ ਜਗ ਡਿੱਠਾ, ਇਹ ਜਗ ਮਿੱਠਾ ਤੇ ਅਗਲਾ ਕਿਹਨੇ ਡਿੱਠਾ, ਇਹ ਇੱਕ ਵੇ ਆਫ ਲਾਈਫ ਹੈ। ਲੇਕਿਨ
ਦੂਸਰੀ ਜਿਹੜੀ ਬਹੁਤ ਗੰਭੀਰ ਕਿਸਮ ਦੀ ਜਿਹੜੀ ਅਵੈਦਿਕ ਪਰੰਪਰਾ ਹੈ ਉਹ ਬੌਧ ਪਰੰਪਰਾ ਹੈ। ਹੁਣ ਤੁਸੀਂ ਦੇਖੋ ਕਿ ਇਹ ਦੋ ਪਰੰਪਰਾਵਾਂ ਇੱਕ ਦੂਸਰੇ ਨੂੰ ਸਪਲੀਮੈਂਟ ਕਰਦੀਆਂ। ਵੈਦਿਕ ਪਰੰਪਰਾ ਦੇ ਵਿੱਚ ਤਿੰਨ ਸੰਕਲਪ ਨੇ, ਇੱਕ ਹੈ ਬ੍ਰਹਮ, ਇੱਕ ਹੈਗਾ ਜੀਵ ਜੀਵਾਤਮਾ, ਇੱਕ ਹੈਗਾ ਮੋਕਸ਼। ਇਹ ਸਾਰੀ ਚੀਜ਼ ਪੋਜ਼ਿਟਿਵ ਹੈ, ਰਿਐਲਿਟੀ ਦਾ ਇੱਕ ਹਾਂ ਪੱਖੀ ਪੋਜ਼ਿਟਿਵ ਰੂਪ ਉਹਨਾਂ ਨੇ ਸੰਪਾਦਿਤ ਕੀਤਾ। ਬੌਧ ਚਿੰਤਨ ਦੇ ਵਿੱਚ ਉਹ ਗੱਲ ਜਿਹੜੀ ਕਰਦਾ ਬੁੱਧ, ਉਹ ਗੱਲ ਬੰਦੇ ਦੀ ਹੋਂਦ ਅਵਸਥਾ ਤੋਂ ਕਰਦਾ, ਮਨੁੱਖ ਤੋਂ ਗੱਲ ਕਰਦਾ ਤੇ ਮਨੁੱਖ ਦੇ ਦੁੱਖ ਦੀ ਗੱਲ ਕਰਦਾ। ਵੈਦਿਕ ਪਰੰਪਰਾ ਬ੍ਰਹਮ ਦੀ ਗੱਲ ਕਰਦੇ ਨੇ, ਬ੍ਰਹਮ ਦੇ ਵਿੱਚ ਬੰਦੇ ਦੀ ਗੱਲ ਕਰਦੇ ਨੇ। ਗੱਲ ਉੱਪਰੋਂ ਸ਼ੁਰੂ ਕਰਨਾ ਤੇ ਥੱਲਿਓਂ ਸ਼ੁਰੂ ਕਰਨਾ। ਸੌਖਾ ਢੰਗ ਤਾਂ ਇਹ ਹੈ ਕਿ ਜੇ ਤੁਸੀਂ ਇਹ ਸੰਸਾਰ ਨੂੰ ਹਾਇਰ ਲੈਵਲ ਤੋਂ ਦੇਖੋਗੇ ਤੇ ਬ੍ਰਹਮ, ਸੰਸਾਰ ਤੇ ਜੀਵ, ਜੇ ਹੇਠੋਂ ਦੇਖੋਗੇ ਤੇ ਬੰਦਾ, ਦੁੱਖ ਤੇ ਨਿਰਵਾਣ। ਤੁਸੀਂ ਦੇਖੋ ਇਹ ਕੋਈ ਛੋਟੀਆਂ ਗੱਲਾਂ ਨੇ, ਇਹਦੇ ਵਿੱਚ ਜ਼ਿੰਦਗੀ ਜਿਉਣ ਤੇ ਸਮਝਣ ਦੀ ਜਿਹੜੀ ਦ੍ਰਿਸ਼ਟੀ ਪਈ ਹੋਈ ਹੈ, ਇਹ ਉਹ ਮਸਲੇ ਨੇ ਜਿਹੜੇ ਸਾਡੇ ਉਹਨਾਂ ਮਹਾਂਪੁਰਖਾਂ ਨੇ, ਪੁਰਖਿਆਂ ਨੇ ਆਪਣੇ ਅਨੁਭਵ ਦੇ ਰਾਹੀਂ ਉਠਾਏ। ਔਰ ਫਿਰ ਜਿਹੜੀ ਬੌਧ ਪਰੰਪਰਾ ਸ਼ੂਨਯ, ਨਿਰਵਾਣ ਤੇ ਅਨਾਤਮਾ ਦੀ ਗੱਲ ਕਰਦੀ ਹੈ। ਤੁਸੀਂ ਲੱਗਾ ਕਿ ਇਉਂ ਲੱਗਦਾ ਵੀ ਜਿਵੇਂ ਉਹਨਾਂ ਨੇ ਬਿਲਕੁਲ ਵਿਪਰੀਤ ਗੱਲ ਕਰਨੀ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਕਿ ਕਹੂੰ ਵੇਦ ਰੀਤ, ਕਹੂੰ ਤਾਸਮ ਵਿਪਰੀਤ। ਔਰ ਫਿਰ ਅੱਜ ਦੇ ਜਦੋਂ ਚਿੰਤਕ ਅਸੀਂ ਸਾਰੀ ਚਿੰਤਨ ਦੀ ਉਸ ਪਰੰਪਰਾ ਨੂੰ ਦੇਖਦੇ ਹਾਂ ਤੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਅਸੀਂ ਕਹਿ ਸਕਦੇ ਹਾਂ ਕਿ ਇੱਕ ਪਾਸੇ ਬ੍ਰਾਹਮਣ ਪਰੰਪਰਾ ਹੈ, ਦੂਸਰੇ ਪਾਸੇ ਸ਼੍ਰਮਣਿਕ ਪਰੰਪਰਾ ਹੈ। ਜਿਹੜਾ ਇੱਕ ਨਾਵਲ ਲਿਖਿਆ ਗਿਆ ਸੀ ਸਿਧਾਰਥ, ਹਰਮਨ ਹੈਸ ਦਾ। ਹਰਮਨ ਹੈਸ ਦੇ ਨਾਵਲ ਦੇ ਵਿੱਚ ਸਾਰੀ ਫਿਲੋਸੋਫੀਕਲ ਟ੍ਰੈਡੀਸ਼ਨ ਇੰਡੀਆ ਦੀ ਸਾਰੀ ਨੂੰ ਫਿਕਸ਼ਨਲਾਈਜ਼ ਕਰਕੇ ਪੇਸ਼ ਕੀਤਾ ਗਿਆ। ਉਹਦੇ 'ਚ ਜਿਹੜਾ ਉਹਨੇ ਦੱਸਿਆ ਵੀ ਸ਼੍ਰਮਣਿਕ ਟ੍ਰੈਡੀਸ਼ਨ ਹੈ ਜਿਹੜੀ, ਬੁੱਧ ਉਸ ਸ਼੍ਰਮਣਿਕ ਟ੍ਰੈਡੀਸ਼ਨ 'ਚੋਂ ਵੈਦਿਕ ਪਰੰਪਰਾ ਤੋਂ ਹਟ ਕੇ ਉਹ ਸ਼੍ਰਮਣਾ ਕੋਲ ਜਾਂਦਾ ਹੈ, ਕਿਉਂਕਿ ਉਹਦਾ ਜੀਵਨ ਨੂੰ ਦੇਖਣ ਦਾ ਢੰਗ ਬਦਲ ਗਿਆ ਸੀ। ਉਹਨੇ ਕਿਹਾ ਕਿ ਬੰਦਾ ਤਾਂ ਦੁਖੀ ਹੈ, ਤੇ ਇਹ ਜਿਹੜੇ ਅਗਮ ਨਿਗਮ ਦੀਆਂ ਗੱਲਾਂ ਕਰਦੇ ਨੇ, ਕਹਿੰਦੇ ਵੀ ਇਹਦਾ ਨਾਲ ਕੋਈ ਸਾਡਾ ਸਰੋਕਾਰ ਨਹੀਂ, ਤੇ ਮੈਂ ਤਾਂ ਦੁੱਖ ਨੂੰ ਦੇਖਣਾ ਚਾਹੁੰਦਾ ਕਿ, ਤੇ ਉਹ ਫਿਰ ਸ਼੍ਰਮਣਾ ਕੋ ਜਾਂਦਾ ਹੈ। ਸ਼੍ਰਮਣ ਕੌਣ ਨੇ? ਸ਼੍ਰਮਣ ਉਹ ਨੇ ਜਿਹੜੇ ਸ਼ਰਮ ਕਰਦੇ ਨੇ। ਸ਼ਰਮ ਦਾ ਮਤਲਬ ਇਹਦੇ 'ਚ ਅਧਿਆਤਮਕ ਸਾਧਨਾ ਦਾ ਭਾਵ ਛੁਪਿਆ ਹੋਇਆ ਹੈ ਕਿ ਆਪਣੇ ਅੰਤਰ ਦੀ ਸਾਧਨਾ ਰਾਹੀਂ, ਚਿੰਤਨ ਦੇ ਰਾਹੀਂ ਉਹ ਜੀਵਨ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਰਹੇ ਨੇ। ਔਰ ਉਹਨਾਂ ਦੀ ਜਿਹੜੀ ਦ੍ਰਿਸ਼ਟੀ ਹੈ ਉਹ ਅੰਤਰਮੁਖੀ ਹੈ। ਕਈ ਵਿਦਵਾਨ ਇਹ ਮੰਨਦੇ ਨੇ, ਜਿਵੇਂ LM ਜੋਸ਼ੀ ਦਾ ਤੁਸੀਂ ਪੜ੍ਹੋ ਨਾ, ਹਿਸਟਰੀ ਆਫ ਐਂਸ਼ੀਐਂਟ ਪੰਜਾਬ, ਉਹਦੇ ਤੁਹਾਨੂੰ ਪਤਾ ਲੱਗੇਗਾ ਕਿ ਇਹ ਉਹ ਦੌਰ ਹੈ ਜਦੋਂ ਦੋ ਜੀਵਨ ਵਿਧੀਆਂ ਜਿਹੜੀਆਂ ਨੇ, ਦੋ ਸਭਿਅਤਾਵਾਂ ਜਿਹੜੀਆਂ ਨੇ, ਇੱਕ ਦੂਸਰੇ ਦੇ ਨਾਲ ਸਨਮੁਖ ਹੁੰਦੀਆਂ ਨੇ। ਆਰੀਅਨ ਸਭਿਅਤਾ ਜਿਹੜੀ ਮੱਧ ਏਸ਼ੀਆ ਵਿੱਚੋਂ ਸਾਰੀ ਦੁਨੀਆ ਤੇ ਫੈਲ ਗਈ ਹੈ। ਕਈ ਇਹ ਕਹਿੰਦੇ ਨੇ ਕਿ ਉਹਨਾਂ ਨੇ ਇੱਥੇ ਹਮਲਾ ਕੀਤਾ। ਹਮਲੇ ਦੀ ਗੱਲ ਅੱਜ ਨਹੀਂ ਮੰਨੀ ਜਾ ਰਹੀ। ਹਮਲੇ ਦੀ ਗੱਲ ਸਿਰਫ ਸਾਨੂੰ ਉਹਨਾਂ ਬਸਤੀਵਾਦੀ ਜਿਹੜੇ ਸਾਡੇ ਹਕੂਮਤ ਕਰਨ ਵਾਲੇ ਬੰਦੇ ਸੀ, ਉਹਨਾਂ ਨੇ ਮਿੱਥ ਕ੍ਰੀਏਟ ਕੀਤੀ ਸੀ ਵੀ ਜੇ ਅਸੀਂ ਹਮਲਾ